ਮਾਝ ਮਹਲਾ ਪੰਜਵਾਂ। ਦਿਨ ਰੈਣ ਇਕ ਓੰਕਾਰ, ਸਤ ਗੁਰ ਪ੍ਰਸਾਦ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਣ। ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਣ। ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ। ਜਨਮ ਜਨਮ ਕਾ ਵਿਛੁੜਿਆ, ਹਰ ਮਿਲੋ ਸਜਣ ਸੈਣ। ਜੋ ਜੀ ਹਰ ਤੇ ਵਿਛੁੜੇ, ਸੇ ਸੁਖ ਨਾ ਵਸਨ ਭੈਣ। ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿਠੇ ਸਭ ਗਏ। ਆਪ ਕਮਾਣੈ ਵਿਛੁੜੀ, ਦੋਸ਼ ਨਾ ਕਾਹੂ ਦੇ। ਕਰ ਕਿਰਪਾ ਪ੍ਰਭ ਰਾਖ ਲੇਹੁ, ਹੋਰ ਨਾਹੀ ਕਰਣ ਕਰੇ। ਹਰ ਤੁਧ ਵਿਣ ਖਾਕੂ ਰੁਲਣਾ, ਕਹੀਐ ਕਿਥੈ ਵੈਣ। ਨਾਨਕ ਕੀ ਬੇਨੰਤੀਆ, ਹਰ ਸੁਰ ਜਨ ਦੇਖਾਨੈ। ਹਰ ਤੁਧ ਵਿਣ ਖਾਕੂ ਰੁਲਣਾ, ਕਹੀਐ ਕਿਥੈ ਵੈਣ। ਨਾਨਕ ਕੀ ਬੇਨੰਤੀਆ, ਹਰ ਸੁਰ ਜਨ ਦੇਖਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਪ੍ਰਭੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 136 ਉੱਪਰ ਇੱਕ ਸੰਖੇਪ ਜਿਹੀ ਬਾਣੀ ਆਰੰਭ ਹੁੰਦੀ ਹੈ। 12 ਮਾਹ ਰਾਗ ਮਾਝ ਵਿੱਚ ਜਿੱਥੇ ਸਮਾਪਤ ਹੁੰਦਾ ਹੈ, ਇਹ ਤੋਂ ਇਸ ਬਾਣੀ ਦੀ ਆਰੰਭਤਾ ਹੁੰਦੀ ਹੈ, ਜਿਸ ਦਾ ਸਿਰਲੇਖ ਹੈ ਮਾਝ ਮਹੱਲਾ ਪੰਜਵਾਂ। ਰਾਗ ਮਾਝ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ, ਔਰ ਇਸ ਦਾ ਨਾਮ ਹੈ
ਦਿਨ ਰਹਿਣ। ਜਿਵੇਂ ਬਾਣੀ ਦੇ ਵਿੱਚ 12 ਮਾਹ 12 ਮਹੀਨਿਆਂ ਦੇ ਪ੍ਰਥਾਏ ਸਤਿਗੁਰੂ ਜੀ ਨੇ ਸੰਕੇਤ ਵਰਤ ਕੇ ਆਪਣਾ ਮੁਬਾਰਕ ਉਪਦੇਸ਼ ਬਖਸ਼ਿਆ ਹੈ, ਉਹ ਵੀ ਸਮੇਂ ਦੇ ਪ੍ਰਥਾਏ ਹੈ। ਜਿਵੇਂ ਥਿੱਤੀਆਂ 3 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਥਿੱਤੀ ਨਾਮ ਦੀ ਬਾਣੀ ਸੁਭਾਏਮਾਨ ਹੈ। ਵਾਰ 7 2 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਪਤਾਹ ਦੇ 7 ਦਿਨਾਂ ਦਾ ਸੰਕੇਤ ਵਰਤ ਕੇ ਸਤਿਗੁਰੂ ਜੀ ਨੇ ਆਪਣਾ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਉਸੇ ਹੀ ਰੂਪ ਵਿੱਚ ਦਿਨ ਅਤੇ ਰਾਤ ਦਾ ਪ੍ਰਤੀਕ ਵਰਤ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੀ ਰਚਨਾ ਕੀਤੀ ਹੈ। ਦਿਨ ਦਾ ਸੂਰਜ ਦੇ ਚੜ੍ਹਨ ਨਾਲ ਸੰਬੰਧ ਹੈ ਤੇ ਰਹਿਣ ਦਾ ਸੂਰਜ ਦੇ ਅਸਤ ਹੋ ਜਾਣ ਨਾਲ, ਛਿਪ ਜਾਣ ਨਾਲ ਸੰਬੰਧ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਸ ਸੰਖੇਪ ਜਿਹੀ ਬਾਣੀ ਦੇ ਕੁੱਲ 4 ਬੰਦ ਰਚਦੇ ਹਨ ਤੇ ਅਖੀਰ ਉੱਤੇ 4 ਔਰ ਫਿਰ 2 ਡੰਡੀਆਂ ਪਾ ਕੇ ਇੱਕ ਹਿੰਦਸਾ ਵਰਤਦੇ ਹਨ। ਇਸ ਦਾ ਭਾਵ ਹੈ ਇਸ ਬਾਣੀ ਦੇ ਕੁੱਲ 4 ਬੰਦ ਨੇ ਤੇ ਇਹ ਬਾਣੀ ਆਪਣੇ ਆਪ ਵਿੱਚ ਇੱਕ ਸੁਤੰਤਰ ਰਚਨਾ ਹੈ, ਸੁਤੰਤਰ ਬਾਣੀ ਹੈ। ਇਸ ਨੂੰ ਪਹਿਲੀ ਬਾਣੀ ਨਾਲ ਜਾਂ ਇਸ ਤੋਂ ਅਗਾਂਹ ਆਉਣ ਵਾਲੀ ਬਾਣੀ ਦੇ ਨਾਲ ਕਾਊਂਟ ਨਹੀਂ ਕੀਤਾ ਜਾ ਸਕਦਾ। ਵੈਸੇ ਸ਼ਬਦ ਕਾਊਂਟ ਹੋਣਗੇ, ਪਰ ਇਹ ਬਾਣੀ ਆਪਣੇ ਆਪ ਵਿੱਚ ਇੱਕ ਨਿਰੋਲ ਬਾਣੀ ਮੰਨੀ ਜਾਏਗੀ। ਇਸੇ ਤਰ੍ਹਾਂ ਹੀ ਜਿੱਥੇ 12 ਮਾਹ ਦੀ ਸਮਾਪਤੀ ਹੋਈ ਉੱਥੇ ਵੀ 14 ਬੰਦ ਨੇ। ਪਹਿਲਾ ਇੱਕ ਬੰਦ, ਫਿਰ ਚੇਤ ਤੋਂ ਲੈ ਕੇ ਫਲਗੁਣ ਤੱਕ, ਤੇ ਫਿਰ ਅਖੀਰ ਉੱਤੇ ਉਸ ਦੀ ਸਮਾਪਤੀ ਦਾ ਬੰਦ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਦੋਂ ਸਮਾਪਤ ਹੋ ਗਏ 14 ਬੰਦ, 14 ਦੇ ਅੱਗੇ 2 ਡੰਡੀਆਂ ਪਾ ਕੇ ਫਿਰ ਏਕਾ ਸਤਿਗੁਰੂ ਜੀ ਨੇ ਲਿਖਿਆ ਹਿੰਦਸਾ। ਇਹਦਾ ਵੀ ਭਾਵ ਹੈ ਵੀ ਇਹ 14 ਬੰਦ ਵਾਲੀ ਇਹ ਬਾਣੀ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਔਰ ਵੱਖਰੀ ਬਾਣੀ ਹੈ। ਗੁਰੂ ਮਹਾਰਾਜ ਨੇ ਸਮੁੱਚੀ ਬਾਣੀ ਨੂੰ ਲਿਖਦਿਆਂ ਹੋਇਆਂ ਬੜੀ ਸੋਹਣੀ ਬਾਣੀ ਦੀ ਤਰਤੀਬ ਵੀ ਨਾਲ ਨਾਲ ਦਰਜ ਕੀਤੀ ਹੈ ਔਰ ਉਸ ਨੂੰ ਬਾਕਾਇਦਾ ਗਿਣਤੀ ਦੇ ਵਿੱਚ ਰੱਖਿਆ। ਕਿੱਥੇ ਕਿੰਨੇ ਸ਼ਬਦ ਹੋ ਗਏ ਉਹਨਾਂ ਦਾ ਟੋਟਲ ਜੋੜ। ਬਾਣੀ ਦੇ ਵਿੱਚ ਜੋੜ ਸ਼ਬਦ ਵੀ ਆਉਂਦਾ ਹੈ ਅਖੀਰ ਉੱਤੇ ਤੇ ਜੁਮਲਾ ਵੀ ਆਉਂਦਾ ਹੈ। ਜੁਮਲੇ ਦਾ ਅਰਥ ਵੀ ਜੋੜ ਹੀ ਹੁੰਦਾ ਹੈ। ਤੋ ਐਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਸ਼ਬਦਾਂ ਦੀ ਗਿਣਤੀ ਵੀ ਅਖੀਰ ਉੱਤੇ ਜਾ ਕੇ ਦਰਜ ਕੀਤੀ ਹੋਈ ਹੈ। ਫਿਰ ਸਾਰੀ ਦੀ ਸਾਰੀ ਬਾਣੀ ਕਾਵ ਰੂਪ ਵਿੱਚ ਹੈ ਤੇ ਕਾਵ ਨੂੰ ਪਿੰਗਲ ਭਾਵ ਜਿਹੜੇ ਕਾਵਿਕ ਗੁਣ ਨੇ ਉਹਨਾਂ ਦੇ ਨਿਯਮ ਮੁਤਾਬਕ ਲਿਖਿਆ ਤੇ ਨਾਲ ਦੀ ਨਾਲ ਸਾਰੀ ਦੀ ਸਾਰੀ ਬਾਣੀ ਰਾਗ ਲੈ ਸੁਰ ਤੇ ਤਾਲ ਦੇ ਨਿਯਮ ਵਿੱਚ ਰੱਖੀ ਹੈ। ਔਰ ਸਭ ਤੋਂ ਵਡੇਰੀ ਗੱਲ ਕਿ ਸਤਿਗੁਰੂ ਮਹਾਰਾਜ ਨੇ ਸਮੁੱਚੀ ਬਾਣੀ ਨੂੰ ਭਾਸ਼ਾ ਦੇ ਵਿਆਕਰਣਕ ਨਿਯਮਾਂ ਦਾ ਅਨੁਸਾਰ ਵਰਤ ਕੇ ਬਾਣੀ ਦੀ ਆਪਣੀ ਵਿਆਕਰਣ ਦਾ ਵੀ ਸਤਿਗੁਰੂ ਜੀ ਨੇ ਵਿੱਚ ਰੂਲ ਪ੍ਰਵਾਨ ਕੀਤਾ। ਇਵੇਂ ਸਾਰੀ ਦੀ ਸਾਰੀ ਬਾਣੀ ਨੂੰ ਜਾਣਨ ਵਾਸਤੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖੋਜੀ ਵਿਦਵਾਨ ਹਨ, ਜਿਨ੍ਹਾਂ ਨੇ ਬਾਣੀ ਦੇ ਅਰਥ ਔਰ ਟੀਕੇ ਲਿਖਣ ਦਾ ਕਾਰਜ ਕੀਤਾ ਹੈ, ਉਹਨਾਂ ਨੇ ਕਾਵ ਗੁਣਾਂ ਦੀ ਗੱਲ ਵੀ ਕੀਤੀ ਹੈ, ਸੰਗੀਤਕ ਗੁਣਾਂ ਦੀ ਗੱਲ ਵੀ ਕੀਤੀ ਹੈ, ਭਾਸ਼ਾ ਦੇ ਗੁਣਾਂ ਦੀ ਗੱਲ ਵੀ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਮਹਾਰਾਜ ਨੇ ਸਾਡੇ ਜੀਵਨ ਦੇ ਭਲੇ ਲਈ ਇਹਨਾਂ ਸਾਰੀਆਂ ਵਿਧੀਆਂ ਨੂੰ ਵਰਤ ਕੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਖਿਆਲ ਸਾਡੇ ਨਾਲ ਸਾਂਝੇ ਕੀਤੇ ਨੇ, ਉਹ ਸਭ ਤੋਂ ਮਹਾਨ ਦਾਤ ਸਤਿਗੁਰੂ ਜੀ ਨੇ ਸਾਨੂੰ ਰਹਿਮਤ ਕਰਕੇ ਦਿੱਤੀ ਹੈ। ਕਈ ਵਾਰ ਇਹ ਵਿਚਾਰ ਵੀ ਮਨ ਵਿੱਚ ਆਉਂਦਾ ਹੈ, ਚੀਜ਼ ਬਹੁਤ ਵਧੀਆ ਹੋਵੇ ਪਰ ਖਾਣ ਵਾਲਾ ਭਾਂਡਾ ਬਹੁਤਾ ਵਧੀਆ ਨਾ ਹੋਵੇ ਤਾਂ ਵੀ ਉਸ ਚੀਜ਼ ਤੋਂ ਥੋੜੀ ਜਿਹੀ ਗਿਲਾਨੀ ਮਨ ਵਿੱਚ ਪੈਦਾ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਦਾ ਸਾਨੂੰ ਦਿੱਤਾ ਹੋਇਆ ਜਿੱਡਾ ਕੀਮਤੀ ਵਿਸ਼ੇਸ਼ ਖਿਆਲ ਹੈ, ਉਪਦੇਸ਼ ਹੈ, ਉਹਨਾਂ ਭਾਂਡਾ ਵੀ ਓਨਾ ਹੀ ਸੋਹਣਾ ਤੇ ਸੁਚੱਜਿਆ ਵਰਤਿਆ। ਕਾਵ ਗੁਣਾਂ ਦਾ ਭਾਂਡਾ ਵਰਤਿਆ ਹੈ, ਸੁਰ ਲੈ ਤਾਲ ਤੇ ਰਾਗ ਦਾ, ਭਾਸ਼ਾ ਦੀ ਬੜੀ ਸੁੰਦਰ ਸੂਰਤ ਦਾ ਭਾਂਡਾ ਵਰਤਿਆ ਤਾਂ ਕਿ ਉਪਦੇਸ਼ ਨੂੰ ਅਸੀਂ ਉੱਠਦਿਆਂ ਬਹਿੰਦਿਆਂ ਹਰ ਵਕਤ ਹਰ ਘੜੀ ਗਾ ਵੀ ਸਕੀਏ, ਸੁਣ ਵੀ ਸਕੀਏ, ਵਿਚਾਰ ਵੀ ਸਕੀਏ। ਤੋ ਰੁੱਖਾਪਨ ਨਹੀਂ ਵਰਤਿਆ ਮਹਾਰਾਜ ਨੇ ਆਪਣੀ ਬਾਣੀ ਵਿੱਚ। ਦਾਤਾਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਇਸ ਪਾਵਨ ਬਾਣੀ ਦੇ ਉੱਪਰ ਜਿਵੇਂ ਕਿ ਹਰ ਵਿਸ਼ੇਸ਼ ਬਾਣੀ ਦੇ ਉੱਤੇ ਮੰਗਲਾਚਰਨ ਦਰਜ ਹੁੰਦਾ ਹੈ, ਇਸ ਉੱਪਰ ਵੀ ਸੰਖੇਪ ਰੂਪ ਵਿੱਚ ਮੰਗਲਾਚਰਨ ਦਰਜ ਹੈ। ਇੱਕ ਓੰਕਾਰ, ਉਹ ਅਕਾਲ ਪੁਰਖ ਪ੍ਰਭੂ ਇੱਕ ਹੈ ਤੇ ਉਹ ਪਰਮੇਸ਼ਰ ਆਪਣੀ ਰਚੀ ਹੋਈ ਕੁਦਰਤ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ
बिना किसी विथ ते अंतर तो एक रस लगातार समाया होया। उसकी होंद सदा कायम रहने वाली है, वो सत है। ते गुर प्रसाद, गुर दा भाव है गुरु दी किरपा नाल, ते प्रसाद दा अर्थ है रहमत बख्शिश, ते गुरु दे मार्ग उते चल के उसकी प्राप्ति हुंदी है। हुण गरीब नवाज पातशाह जी पहले बंद का जो पाठ है आप जी ने श्रवण किया है, इस विच दातार रहमत करते हैं, सेवी सतगुर अपना हर सिमरी दिन सब रहण। हुण सतगुरु जी फस्ट परसन विच जिन्हों असीं कहंदे हां अपने आप नूं सतगुरु जी विच रख के बाणी दा उपदेश दिंदे हन। तीन चार तरीके हैं बाणी दे विच। एक तो है पहला फस्ट परसन विच गल कही गई अपने आप नूं विच रख के, दूजा है सैकंड परसन विच दूसरे दे बाबत दूसरे नूं संबोधन करदिआं होइआं कही गई है, जां बहुतिआं नूं जां एक नूं। तीसरी है थर्ड परसन विच भाव तीसरे बारे कोई गल कही जा रही, उन्होंने संबोधन करके नहीं कही जा रही, पर जिवें आपां कह दिंदे आ फलाना इवें कर रहा सी, इवें करदा है, उन्हें इवें कीता, इहदा भाव है असीं किसी तीसरे बारे गल कर रहे हां किसी दूसरे दे नाल। एक है कॉमन ढंग जिस विच सतगुरु जी अपना एक विचार दिंदे हन, जिवें मैनूं कहा जाए भी आह गल तुसीं दसो ते मैं उठ के बिना किसी नूं संबोधन कीतिआं अपना विचार जिहड़ा है उस नूं सारिआं दे लई साझा कह दिआं। तो इस तरह गुरु महाराज की बाणी विच चार ढंग वरते गए ने, अपने आप नूं, किसी नूं दूसरे नूं संबोधन करदिआं उस विच मनुख भी हो सकदा है, उस विच गुरु भी हो सकदा, उस विच रब भी हो सकदा है। ते तीसरा है किसी तीसरे बारे गल चल रही भी मनमुख इस तरह करदा है, गुरमुख इस तरह करदा है। ते चौथा है कॉमन ढंग नाल अपना उपदेश सर्ब सांझे रूप विच सतगुरु जी ने सिद्ध पद्धरे ढंग दे नाल कह दिता। हुण इत्थे जो सतगुरु जी ने पंक्ति उचारी है इस विच अपने बारे गल कर रहे हैं। सेवी का मतलब मैं सेवा, मैं याद विच रखां, सतगुर अपना। हुण इहदा भाव है भी सतगुरु जी आप ये इच्छा कर रहे हैं, अपने वल्लों ये गल कह रहे हैं। देखो सतगुरु दा अपना विचार दृढ़ करवाउण दा भी एक ढंग है। सिख नूं तदे ही कहा भी तू इस बाणी नूं पढ़ी जरूर, इस नूं सुनी जरूर, ते इस नाल अपनी सांझ बनाउण दा हर वक्त यतन ते तू कोशिश करदा रहीं। हुण जदों सतगुरु गुरु अर्जन साहब जी ये शब्द कहंदे ने, हम मैले तुम ऊजल करते, हम निर्गुण तू दाता। हुण सारे शब्द तुसी कदे वेखो, हम दा मतलब है असीं, हम मैले तुम ऊजल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता, माधो हम ऐसे तू ऐसा। एक तुलना नाल दी नाल हो रही, हम पापी तुम पाप खंडन, नीको ठाकुर देसा, तुम सब साजे साज निवाजे, जियो पिंड दे प्राणा, निर्गुण यारे गुण नहीं कोई, तुम दान देओ मेहरबाना, तुम करो भला हम भलो ना जाने। हुण ये अरदास तां सुचज्जे ढंग नाल मन की भावना तां दी बनेगी ना जे असीं आप इस शब्द नूं पढ़न दी जां किसी कोलों सुनन दी कोशिश करांगे। हुण जिसने पढ़ना भी नहीं ते सुनना भी नहीं, तुसीं अंदाजा लाओ गुरु अर्जन साहब महाराज दे इस मनोवेग ते मानसिक सांझ नाल उहदा कतई कोई रिलेशन नहीं बन सकदा। गुरु साहब दे शब्द नाल उहदा कोई मानसिक रिलेशन नहीं बन सकदा जिन्ना चिर कोई इस नूं आप पढ़ेगा नहीं ते आप सुनेगा नहीं। हुण सारी गल इवें हो रही है भी गुरु अर्जन साहब महाराज अकाल पुरख नूं सामने रख के उस नूं संबोधन हो रहे ने भी तू इहो जिहा ते मैं इहो जिहा हां, ते फिर उहदे कोलों अखीर उते दान भी मंग रहे ने भी मैं तेरे गुणां विच अभेद हो जावां, मेरा जीवन इन्हां औगणां तो रहत हो जाए, ये मैनूं किरपा करके तू दान बख्शिश कर। ते सिख नूं हुण दूसरी गल महाराज ने कही भी तू ये शब्द रोज पढ़ना है, भाव जो मेरे अंदरों अरदास अकाल पुरख के प्रति निकली है इहो ही अरदास तेरी बन जाए, इस वास्ते नूं तू पढ़ेगा, तू सुनेगा। हुण तुसीं अंदाजा लाओ भी असीं किन्ना वड्डा तत भाव गुरबाणी दा गवाउंदे आ आप ना पढ़ के।
ਉਹ ਸਵਾਦ ਤੁਸੀਂ ਮਾਣ ਹੀ ਨਹੀਂ ਸਕਦੇ ਜਿਹੜਾ ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਜਿਹੜੇ ਲਫ਼ਜ਼ ਆਪ ਅਰਦਾਸ ਰੂਪ ਵਿੱਚ ਕਹੇ ਨੇ। ਉਹਨੂੰ ਮੰਨਣ ਦਾ ਇੱਕੋ ਹੀ ਢੰਗ ਹੈ ਵੀ ਇਸ ਨੂੰ ਆਪ ਸੁਣਨਾ ਤੇ ਜਾਂ ਫਿਰ ਪੜ੍ਹਨਾ। ਪੜ੍ਹਨਾ ਤੇ ਸਭ ਤੋਂ ਵੱਡੀ ਲਾਹੇਵੰਦ ਦੀ ਗੱਲ ਹੈ। ਹੁਣ ਇਹ ਗੱਲ ਕੋਈ ਦੂਸਰਾ ਮੇਰੇ ਲਈ ਪਾਠੀ ਕਹਿ ਦੇਵੇ, ਕੋਈ ਤੀਸਰਾ ਬੰਦਾ ਕਹਿ ਦੇਵੇ, ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਹੋਇਆ ਬੰਦਾ ਮੇਰੇ ਲਈ ਪਾਠ ਕਰ ਰਿਹਾ, ਮੇਰੀ ਤੇ ਅਰਦਾਸ ਬਣਨੀ ਹੀ ਨਹੀਂ ਜਿਹੜੀ ਗੁਰੂ ਅਰਜਨ ਸਾਹਿਬ ਨੇ ਗੱਲ ਕਹੀ ਹੈ। ਤੁਸੀਂ ਅੰਦਾਜ਼ਾ ਲਾ ਕੇ ਵੇਖੋ ਕਿੰਨੇ ਭਰਮ ਆਪਣੇ ਮਨ ਵਿੱਚ ਅਸੀਂ ਪੈਦਾ ਕਰ ਰੱਖੇ ਹਨ। ਹੁਣ ਪਾਠ ਦਾ ਮਤਲਬ ਇੱਕ ਹੁੰਦਾ ਲੈਸਨ। ਅਸੀਂ ਕਹਿੰਦੇ ਪਾਠ ਕਰਨਾ, ਪਾਠ ਦਾ ਮਤਲਬ ਹੈ ਲੈਸਨ। ਔਰ ਸਕੂਲ ਵਿੱਚ ਜਾਂਦਿਆਂ ਇੱਕ ਗੱਲ ਹੁਣ ਮਨ ਵਿੱਚ ਇਹ ਵੀ ਖਿਆਲ ਆ ਸਕਦਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਆਪ ਨੂੰ ਮੈਲਾ ਕਿਉਂ ਕਹਿ ਰਹੇ ਨੇ, ਪਾਪੀ ਕਿਉਂ ਕਹਿ ਰਹੇ ਨੇ, ਨਿਰਗੁਣ ਕਿਉਂ ਕਹਿ। ਏਡੇ ਵੱਡੇ ਸ਼ਬਦ ਗੁਰੂ ਪਾਤਸ਼ਾਹ ਖੁਦ ਆਪਣੇ ਆਪ ਲਈ ਵਰਤ ਰਹੇ ਨੇ ਕਿ ਹਮ ਪਾਪੀ, ਹਮ ਨਿਰਗੁਣ, ਹਮ ਮੈਲੇ। ਇਹ ਸ਼ਬਦ ਹੁਣ ਆਪਣੇ ਆਪ ਲਈ ਗੁਰੂ ਮਹਾਰਾਜ ਨੇ ਕਹੇ ਨੇ। ਇਸ ਕਰਕੇ ਵੀ ਸਾਨੂੰ ਸਤਿਗੁਰੂ ਦ੍ਰਿੜ ਕਰਵਾਉਣਾ ਚਾਹੁੰਦੇ ਹਨ। ਸਾਨੂੰ ਦ੍ਰਿੜ ਕਰਾਉਣਾ ਚਾਹੁੰਦੇ ਨੇ ਅਸੀਂ ਐਕਸੈਪਟ ਕਰੀਏ ਆਪਣੇ ਅੰਦਰ ਜੋ ਕੁਝ ਸਾਡੇ ਹੈ, ਉਹਨੂੰ ਕਬੂਲ ਕਰੀਏ ਵੀ ਸਾਡੇ ਅੰਦਰ ਆ ਕੁਝ ਭਰਿਆ ਪਿਆ। ਤੇ ਉਹ ਐਕਸੈਪਟ ਕਰਵਾਉਣ ਦਾ, ਕਬੂਲ ਕਰਵਾਉਣ ਦਾ ਢੰਗ ਕਿੱਡਾ ਮਿੱਠਾ ਵਰਤਿਆ। ਆਪਣੇ ਆਪ ਨੂੰ ਵਿੱਚ ਰੱਖ ਲਿਆ, ਆਪਣੇ ਆਪ ਨੂੰ ਪਾਸੇ ਨਹੀਂ ਰੱਖਿਆ, ਆਪਣੇ ਆਪ ਨੂੰ ਵਿੱਚ ਰੱਖ ਲਿਆ। ਵਿੱਚ ਰੱਖ ਕੇ ਸਾਡੇ ਕੋਲੋਂ ਕਬੂਲ ਕਰਾ ਵੀ ਚੱਲ ਮੈਂ ਅੱਗੇ ਬੋਲਦਾ, ਤੂੰ ਪਿੱਛੇ ਬੋਲੀ। ਹੁਣ ਗੌਰ ਕਰਨਾ, ਅਸੀਂ ਕਈ ਵਾਰ ਬਾਣੀ ਦੇ ਅਰਥ ਕਰਦੇ ਹਾਂ ਇਹ ਗੱਲ ਕਹਿ ਦਿੰਨੇ ਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਰਹੇ ਹਨ ਹਮ ਮੈਲੇ ਤੁਮ ਉਜਲ। ਇਹਦਾ ਮਤਲਬ ਪੜ੍ਹਨ ਵਾਲਾ ਤਾਂ ਆਪਣੇ ਆਪ ਨੂੰ ਵਿੱਚ ਸ਼ਾਮਲ ਹੀ ਨਹੀਂ ਕਰਦਾ ਵੀ ਮੈਂ ਵੀ ਇਹ ਗੱਲ ਕਹਿਣੀ ਹੈ। ਬਸ ਜੀ ਗੁਰੂ ਅਰਜਨ ਸਾਹਿਬ ਨੇ ਕਹੀ ਹੈ, ਰੱਬ ਨੂੰ ਕਹੀ ਹੈ। ਸਿੱਖਣ ਵਾਲਾ ਕਿੱਧਰ ਗਿਆ? ਜਿਹਨੂੰ ਪਾਠ ਦ੍ਰਿੜ ਕਰਾਇਆ ਜਾ ਰਿਹਾ ਉਹ ਕਿੱਥੇ ਹੈ? ਸਾਡੀ ਚਲਾਕੀ ਸਾਨੂੰ ਵਿੱਚ ਆਉਣ ਹੀ ਨਹੀਂ ਦਿੰਦੀ, ਕਿਉਂਕਿ ਜਿੱਥੇ ਕੁਝ ਐਕਸੈਪਟ ਕਰਨ ਦੀ ਗੱਲ ਆਉਂਦੀ ਅਸੀਂ ਉਸੇ ਜਗ੍ਹਾ ਤੋਂ ਹੀ ਸਾਈਡ ਲੈ ਜਾਂਦੇ ਹਾਂ, ਵੱਖਰੇ ਹੋ ਜਾਂਦੇ ਹਾਂ। ਗੁਰੂ ਤੇ ਕਹਿ ਹੀ ਰਹੇ ਪਰ ਕਹੇ ਤਾਂ ਸਿੱਖ ਨੂੰ ਦ੍ਰਿੜ ਕਰਵਾਉਣ ਲਈ ਕਹਿ ਰਿਹਾ। ਇਸ ਵਾਸਤੇ ਇਹ ਤਾਂ ਉਵੇਂ ਦੀ ਖੇਡ ਹੈ ਵੀ ਜਿਵੇਂ ਕੋਈ ਬਹੁਤ ਪੜ੍ਹਿਆ ਲਿਖਿਆ ਟੀਚਰ ਜਿਹੜਾ ਹੈ ਉਹ ਇੱਕ ਛੋਟੇ ਜਿਹੇ ਬੱਚੇ ਨੂੰ ABC ਊੜਾ ਏੜਾ ਪੜ੍ਹਾ ਰਿਹਾ ਹੈ ਤੇ ਸੁਣਨ ਵਾਲੇ ਨੇ ਵੇਖਿਆ ਵੀ ਅੱਗੇ ਅੱਗੇ ਟੀਚਰ ਬੋਲ ਰਿਹਾ ਸੀ, ਮਗਰ ਮਗਰ ਉਹ ਬੱਚੇ ਬੋਲ ਰਹੇ ਸਨ। ਉਹ ਸਕੂਲ ਦੇ ਹੈੱਡ ਕੋਲ ਚਲਿਆ ਗਿਆ, ਕਹਿਣ ਲੱਗਿਆ ਵੀ ਤੁਸੀਂ ਤਾਂ ਕਿਹਾ ਸੀ ਵੀ ਸਾਡੇ ਟੀਚਰ ਬਹੁਤ ਪੜ੍ਹੇ ਲਿਖੇ ਨੇ, ਪਰ ਤੁਹਾਡੇ ਤਾਂ ਟੀਚਰ ਨੂੰ ਊੜਾ ਏੜਾ ਵੀ ਨਹੀਂ ਆਉਂਦਾ, 35 ਅੱਖਰੀ ਪੜ੍ਹ ਰਿਹਾ ਬੱਚਿਆਂ ਦੇ ਨਾਲ। ਉਹ ਵੀ ਹੈਰਾਨ ਹੋਇਆ ਵੀ ਇਹ ਕਿਵੇਂ ਹੋ ਸਕਦੀ ਇਹ ਗੱਲ। ਉਹ ਜਾ ਕੇ ਉਹਨੇ ਦੇਖਿਆ ਅੱਗੇ ਅੱਗੇ ਟੀਚਰ ਬੋਲ ਰਿਹਾ ਸੀ, ਊੜਾ ਐੜਾ ਈੜੀ, ਮਗਰ ਮਗਰ ਬੱਚੇ ਬੋਲ ਰਹੇ ਸਨ। ਉਹਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਿਆ ਭਾਈ ਸਾਹਿਬ ਕੀ ਗੱਲ ਕਰਦੇ ਹੋ? ਉਹਨੂੰ ਤੇ ਆਉਂਦਾ ਹੈ ਸਾਰਾ ਕੁਝ, ਪਰ ਜਿਹੜੇ ਮਗਰ ਬੈਠੇ ਹੋਏ ਨੇ ਉਹਨਾਂ ਨੂੰ ਕੱਖ ਨਹੀਂ ਆਉਂਦਾ। ਉਹਨਾਂ ਨੂੰ ਸਿਖਾਉਣ ਵਾਸਤੇ ਉਹਨੂੰ ਅੱਗੇ ਅੱਗੇ ਬੋਲਣਾ ਹੀ ਪੈਣਾ, ਉਹਨੂੰ ਆਪ ਉਹ ਕਾਇਦੇ ਪੜ੍ਹਨੇ ਪੈਣੇ ਨੇ, ਉਹਨੂੰ ਉਹੀ ਸ਼ਬਦਾਂ ਦੇ ਜੋੜ, ਉਹ ਅਲਫਾਬੈਟ ਆਪ ਅੱਗੇ ਅੱਗੇ ਪੜ੍ਹਨੇ ਪੈਣਗੇ, ਉਹ ਵਰਣਮਾਲਾ ਦੇ ਅੱਖਰ ਹਿੰਦਸੇ ਆਪ ਅੱਗੇ ਬੋਲਣੇ ਪੈਣਗੇ। ਫੇਰ ਹੀ ਉਹ ਬੱਚੇ ਮਗਰ ਟੀਚਰ ਦੇ ਪਿੱਛੇ ਪਿੱਛੇ ਬੋਲਣਗੇ। ਉਹਨਾਂ ਨੂੰ ਸਿਖਾਉਣ ਲਈ ਪੜ੍ਹ ਰਿਹਾ। ਤੁਸੀਂ ਟੀਚਰ ਨੂੰ ਪੜ੍ਹਦਿਆਂ ਵੇਖ ਕੇ ਇਹ ਅੰਦਾਜ਼ਾ ਨਾ ਲਾਓ ਵੀ ਇਹਨੂੰ ਨਹੀਂ ਆਉਂਦਾ, ਪਰ ਉਹਨਾਂ ਨੂੰ ਸਿਖਾਉਣ ਵਾਸਤੇ ਇਹਨੂੰ ਅੱਗੇ ਅੱਗੇ ਉਹਨਾਂ ਦੀ ਅਗਵਾਈ ਕਰਨੀ ਪਏਗੀ, ਅੱਗੇ ਅੱਗੇ ਬੋਲਣਾ ਪਏਗਾ। ਮੇਰੇ ਗੁਰੂ ਦੇ ਜੀਵਨ ਵਿੱਚ ਰੰਚਕ ਮਾਤਰ ਮੈਲ ਨਹੀਂ, ਨਾ ਹੀ ਉਹਦੇ 'ਚ ਕੋਈ ਔਗਣ ਹੈ, ਉਹ ਤਾਂ ਪੂਰਨ ਪੁਰਖ ਹੈ। ਪਰ ਸਤਿਗੁਰੂ ਨੇ ਸਾਨੂੰ ਦ੍ਰਿੜ ਕਰਵਾਉਣ ਲਈ ਇਹ ਗੱਲ, ਸਾਨੂੰ ਪੜ੍ਹਾਉਣ ਵਾਸਤੇ ਆਪ ਆਪਣੇ ਆਪ ਨੂੰ ਅੱਗੇ ਵਿੱਚ ਰੱਖ ਕੇ ਆਪਣੇ ਆਪ ਨੂੰ ਇਹ ਸ਼ਬਦ ਵਰਤੇ ਵੀ ਸਿੱਖ ਵੀ ਮਨੋਂ ਧੁਰ ਅੰਦਰੋਂ ਇਸ ਅਰਦਾਸ ਨੂੰ ਅਕਾਲ ਪੁਰਖ ਦੇ ਸਾਹਮਣੇ ਪੂਰਨ ਵਜਦ ਵਿੱਚ ਬਿਆਨ ਕਰੇ। ਪਰ ਜੇ ਸਾਡੇ ਗੌਰ ਕਰਨਾ, ਕਈ ਵਾਰ ਬਾਣੀ ਦੇ ਸ਼ਬਦ ਪੜ੍ਹਦੇ ਹਾਂ, ਮੈਂ ਅੱਗੇ ਵੀ ਸ਼ਾਇਦ ਇੱਕ ਵਾਰ ਇਹ ਬਿਨੈ ਕੀਤੀ ਸੀ, ਗੁਰਬਾਣੀ ਦੇ ਵਿੱਚ ਖੰਡਨ ਦੀ ਮਿਕਦਾਰ ਜੇ ਮੈਂ ਕੇਵਲ ਅੰਦਾਜ਼ੇ ਨਾਲ ਕਹਾਂ ਤਾਂ 25-30% ਹੈ। ਕਿਸੇ ਚੀਜ਼ ਦਾ ਖੰਡਨ ਕੀਤਾ, ਜਿੱਥੇ ਜਿਹੜੀ ਚੀਜ਼ ਵਾਧੂ ਹੈ, ਫੋਕਟ ਹੈ, ਵਿਅਰਥ ਹੈ, ਗਲਤ ਹੈ, ਖੰਡਨ ਕੀਤਾ, ਵਿਕਾਰਾਂ ਤੋਂ ਸੁਚੇਤ ਕੀਤਾ, ਢੰਗ ਬੜੇ ਵਰਤੇ, ਕਿਤੇ ਸਿੱਧਾ ਹੁਕਮ ਕੀਤਾ, ਕਿਤੇ ਪ੍ਰੇਰਣਾ ਕੀਤੀ, ਕਿਤੇ ਪਿਆਰ ਨਾਲ ਕਲਾਵੇ 'ਚ ਲੈ ਕੇ, ਕਿਤੇ ਆਪ ਅੱਗੇ ਅੱਗੇ ਬੋਲ ਉੱਠੇ, ਮਗਰ ਮਗਰ ਸਿੱਖ ਪੜ੍ਹੇਗਾ। ਬੜੇ ਤਰੀਕੇ ਬਹੁਤ ਵਰਤੇ ਨੇ ਬਾਣੀ ਵਿੱਚ ਮਹਾਰਾਜ ਨੇ। ਕਿਤੇ ਬੜੀ ਬੌਧਿਕ ਪੱਧਰ ਦੀ ਗੱਲ ਹੈ, ਕਿਤੇ ਬੜਾ ਖੁੱਲਾ ਸੰਵਾਦ ਰਚਾ ਲਿਆ। ਸਾਰੇ ਸ਼ਬਦਾਂ ਦੇ ਅੰਦਰ ਇੱਕ ਵੱਖਰੇ ਵੱਖਰੇ ਕਿਸਮ ਦਾ ਰਸ ਮਹਾਰਾਜ ਨੇ ਪੈਦਾ ਕਰ ਲਿਆ, ਜੇ ਕੋਈ ਇਸ ਨੂੰ ਮੰਨਣਾ ਚਾਹੇ ਤਾਂ। ਹੁਣ ਅਗਲੀ ਗੱਲ ਇਹ ਹੈ
कि सतगुरु सच्चे पातशाह ने बहुत सोझ नाल बड़े संवादमई ढंग दे नाल सारी बाणी का जिहड़ा विचार है वो सिख तक पहुँचाउण दा तरीका वखरा वखरा लभ्या। हुण मूँह बन के पाठ कर लेना ते करवा लेना ये तो एक खाना पूर्ति है, जिन्नी कोई मर्जी कर लवे। हुण वो जिहड़ियां गल्लां विच पईयां ने, इन्नियां कीमती वस्तुआं जिहड़ियां सानू महाराज बाणी दे रूप विच दृढ़ कराउणा चाहुंदे ने जां वखरे वखरे जिहड़े ढंग वरते ने, खौरे ਉਹ कदों दिन आएगा जदों ਅਸੀਂ ਉਹਨਾਂ ਦੀ ਵਿਚਾਰ ਵਾਸਤੇ ਸਮਾਂ ਕੱਢ ਪਾਵਾਂਗੇ। ਕਿੰਨਾ ਕੁਝ ਗਵਾ ਰਹੇ ਹਾਂ ਅਸੀਂ ਆਪਣੀ ਮਹਾਨ ਗੁਰੂ ਸਾਹਿਬ ਦੀ ਬਖਸ਼ਿਸ਼ ਵਿੱਚੋਂ, ਅਗਿਆਨਤਾ ਕਾਰਨ, ਕਾਲੀਆਂ ਕਾਰਨ ਤੇ ਆਪਣੇ ਕਰਮਕਾਂਡੀ ਸੁਭਾਅ ਕਾਰਨ। ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਇੱਕ ਗੱਲ ਛੇੜਨੀ ਚਾਹੀਦੀ ਸੀ, ਪਰ ਛੇੜ ਨਹੀਂ ਪਾਈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਜੀ ਜਦੋਂ ਇੱਥੇ ਸ਼ਬਦ ਵਰਤੇ ਆਪਣੇ ਆਪ ਨੂੰ ਵਿੱਚ ਰੱਖ, बड़े ऐसे शब्द ने जिथे मैं, हम, असी, इस तरह के भी हमारा, ये शब्द कह के महाराज ने अपने आप उत्ते गल टुका के ही सारा विचार सानू दृढ़ करवा दिता। ये भी सुनेहा देण दा एक ढंग है, उपदेश देण दी एक तरकीब है। दूसरे दे नाल दूसरे नू महसूस करवाउण वास्ते गुरु महाराज ने एहसास भरन वास्ते साडे अंदर ओहो जे ख्यालां दा खुद अपने आप नू विच रख के गल कह ले। ऐसी गुरु पातशाह की निमरता की झलक, निमरता का प्रगटावा बाणी दे विच आउंदा है। जिथे गुरु महाराज आप कहेंगे भी हम पापी, हम पापी, हुण ये गुरु साहब की निमरता का एक प्रतੱਖ प्रमाण है। सतगुरु जानते सन भी मेरी इस लिखत नूं सदियां तक पढ़िया जाना, गाया जाना, सुनिया ते सुनाया जाना, और उत्ते सरलेख भी अपना रखिया, महला पंजवां, ये मेरी लिखी हुई, मैं कह रहा। और अकाल पुरख के सामने निरोल रूप विच भी मैं पापी हाँ, मैं निर्गुण, सदियां तलक ये चीज़ इस तरह चल रही है और चलती रहेगी हमेशा। पर उन्हां दी निमरता का प्रमाण भी नाल ही साडे सामने आ जाता है। कौन है जी इहो जिहे संसार विच जिहड़ा अपने आप नूं इस रूप विच पेश करना चाहुंदा है? गौर करना, असीं भी जिस वेले गुरु सामने अरदास करदे हां ते अरदास विच कल्ले भी होईए, कोई जरूरी नहीं असीं लोकां नूं कूक के दसना है। धोर अंदर हिरदा कदे नहीं कहिंदा भी सतगुरु गुनाहगार तेरे दर ते आया, रहमत करी। असीं कहने महाराज आ भेटा कर चले हैं, आ लेके आए हैं, आ कर दिओ, आ दे जावांगे। गौर करियो, असीं इन्ना कीता है, इन्ना कर रहे हां। गुरमुख प्यारे आए हन, तुहाडे दर घर दे सेवादार आए हन, सारे गुरमुख प्यारे ही आउंदे ने, मनमुख तां कोई आउंदा ही नहीं इत्थे। माफ करियो समेत मेरे, जदों बन के ही बाहरों बने तने गुरमुख आ रहे ने, तो गुरु समझावे किनू? जिन्हें मान लिया भी मैं तो पहलों ही गुरमुख हाँ, उन्हें सीखना थोड़ी है, उन्हें गुरु कोलों कुछ ग्रहण करन थोड़ी जाना। कदे किसी डॉक्टर कोल किसी ने अपॉइंटमेंट लैके ते जाके जदों डॉक्टर के सामने बह जिओ, दसे पुछे भी दसो की लैण आए हो, असीं उहनूं कहीए जी असीं बिल्कुल तंदुरुस्त हाँ, ठीक ठाक हाँ, वो कहेगा आ दसण आए हो। ਇਹਦੇ ਲਈ अपॉइंटमेंट लैण की लोड़? तुसी ठीक हो अपने घर, तुसी अपना काम करो, तुसी समा क्यों खराब कर रहे हो? मेरा समा मरीजां वास्ते बड़ा कीमती है। जे तुहानूं कोई प्रॉब्लम है फिजिकली तो दसो। असीं कहिए नहीं जी असीं तां बस अपॉइंटमेंट लई इस करके भी असीं तुहानूं दस सकीए भी असीं बिल्कुल फिट फाट हाँ, तंदुरुस्त हैं, ठीक ठाक। हुण जे सारे लोग अपॉइंटमेंट उहदे कोलों उहनूं इह दस्सण वास्ते ही लैण लग पैण कि असीं ठीक ठाक हाँ, तो शायद मरीजां दी तां वारी नहीं आएगी, कि आ जाएगी। तो बाणी दा इह बचन हमेशा सुरत विच रखिए, मेरा वैद गुरु गोबिंदा। जदों ये बचन कहे ने तो जरूर गुरु साहब का ध्यान साडे किसी रोग वाल जा रहा होएगा, कोई ऐसा दीर्घ रोग जिहदे असीं सदा ही शिकार हाँ, जिस करके साडे परिवार डिस्टर्ब ने, साडी खुद दी लाइफ डिस्टर्ब है, साडा समूचा समाज दा ताना पाना जिन्ना भी है, गुरु पातशाह उलझिया होया वेख रहे ने भी ये बहुत वड्डियां प्रॉब्लम मनुख जिसनूं दो चार जिस नाल हो रहा हर वेले, सोसाइटी हो रही, संसार हो रहा है, यही मनुखी तबाही का कारण बनदियां ने। इसे वे दे विच इस गल नूं महसूस करके गुरु महाराज ने यह बचन कहे सन, मेरा वैद गुरु गोबिंदा, दुख भंजन तेरा नाम जी, दुख भंजन तेरा नाम, आठ पहर आराधी है पूर्ण सतगुर ज्ञान। तो ये गल्लां असीं बाणी दे राही जानण दी कोशिश करनी है। इत्थे हुण सतगुरु अपने आप नूं विच रख के कहंदे ने, हर सेवी सतगुर अपना
मैं अपने सतगुरु नूं याद करां, हर सिमरी दिन सब रैण, सारे दिन ते सारियां रातां, भाव हर दिन ते हर रात उस हरी नूं मैं अपने अंदर चेते विच चिंतन विच वसा के रखां। याद रखना, चिंतन विच भाव अपनी चेता शक्ति विच, जिथे साडी जिन्हों असीं कहने लगन लग जानी। जे साडी लगन काम विच है, उठदियां बहिंदियां सौंदियां जागदियां सफर करदियां खांदियां पींदियां हर एक नूं वेखदियां साडे अंदर उही ख्याल सर्कल करते रहणगे। ये है चिंतन। तुसीं जिहड़ी चीज़ का चिंतन करदे हो, तुहाडी मत बुद्ध अंदर सुरत का वहाव उसे पासे नूं तुर पैंदा। जे साडे अंदर ईरखा की गल चलती रहे, चिंतन हो रहा है हर वेले हर वक्त हर घड़ी, तुहानूं दुखी करन दी लोड़ नहीं किसी नूं। हर एक चीज़ नूं वेखदिआं तुसीं आपे ही दुखी हो जाओगे आटोमैटिकली, क्योंकि प्रॉब्लम असीं अपने अंदर सुट लई है, वो वर्क करन लग पई, वो अपने आप उन्हें सफर करना शुरू कर दिता। वो सर्कल कट्टी जा रही है, पूरे करी जा रही है, तो तुहानूं प्रॉब्लम देई जा रही है। हंकार दा ख्याल मन विच, हर चीज़ नूं बंदा अपनी ईगो नाल जोड़ के वेखेगा। मेरे आउण ते उठिया नहीं, मैनू उन्हें इस तरह नहीं बुलाया जिवें दूसरे नूं बुलाया, की फर्क पैंदा? अगर वो नहीं बुलाएगा तो तुसीं मारी जाओगे। तुहाडी अपनी लाइफ दा अपनी जिंदगी दा कोई स्टेटस नहीं। असीं हर वक्त दूसरे वाल वेख वेख के ही साह लैणे क्यों सिख जाने हैं? कि असीं जिवें संसार दे लोग सानूं साडा रिमोट दबाउणगे, असीं उसे तरह ही खिडौणे वांग विहार करते रहांगे? नहीं, अपने अंदर संतुष्टि रख के भी जीना सिख लेना चाहिए मनुख। निक्की निक्की गल दी ईगो पाल के असीं हर वक्त उहदे ते सिर खपाई करते हाँ, और इन्ना दिमाग दड़ाउंदे हां, इन्ना साडे मन अंदर डिस्टरबेंस पैदा होई रहिंदी है, समुचे दे समुचे जीवन इस भेट चढ़ गए हैं। हुण गौर करना, ये गल्लां बड़ियां नॉर्मल ने पर बहुत वड्डियां भी ने। आउंदियां ने जदों बड़े नॉर्मल ढंग नाल आउंदियां ने, जदों रिजल्ट कढदियां ने बहुत वड्डे कढ जांदियां ने। धन गुरु ग्रंथ साहब महाराज कहंदे, पर मैं चाहुंदा भी मैं उस सतगुरु नूं सदा अपने मन विच सेवा, हरि नूं सदा अपनी सिमरती विच चेते ते अपनी चेतनता दे विच वसा के रखां। आप त्याग शरणी पवां, मुख बोली मिठड़े वैण। मेरा मन चाहुंदा मैं आपा भाव त्यागां, अपनी हौमै छड्ड दियां, अपनी ईगो दा त्याग करां, शरणी पवां ते उस हरि दे ते गुरु दी शरण विच, जिसनूं असीं कहने हां समर्पित हो जाना। समर्पित होण दा मतलब ये हुंदा है ਉਹਦੇ कहे गए उपदेश ਨੂੰ फॉलो करने वास्ते रेडी हो जाना कि ठीक कि तेरा डिसीजन, तेरा हुक्म, तेरा फैसला फाइनल है, मैनू इस उत्ते कोई किंतु नहीं, और ਇਹਦੇ मुताबिक जीण वास्ते मैं हुण कोशिश करनी आरंभ कर दी है। ਇਹਨੂੰ शरण पैना कहंदे ने। हो सकदा फिजिकली तो मैं गुरु के सब तो नेड़े होवां, पर मानसिक तौर पर गुरु तो बहुत दूर होवां। इस दूरी नूं तुसीं शरीर दे नेड़े होण जां दूर होण नाल नेड़ता जां दूरी दा ये पैमाना नहीं रख सकते। बाणी दा एक बचन याद रखिए जिस विच सतगुरु कहंदे ने, गुर सभा एम ना पाईए, ना नेड़े ना दूर, नानक सतगुर तां मिले जां मन रहे हदूर। जदों मन गुरु की नेड़ता का एहसास करता है तां असीं हर वक्त ही गुरु मेरा संग सदा है नाले, सिमर सिमर तिस सदा संभाले, इस मनो अवस्था के धारनी हुंदे। तो दातार जी महाराज रहमत करदे कहंदे ने, मुख बोली मिठड़े वैण। मैं अपने मुख तो, अपने मूँह तो, अपनी जबान नाल मिठे बोल बोलां, उहदी सिफत दे, उहदी वडियाई दे, गुरु दे शब्द रूपी और संसार नाल विहार करन वाले शुद्ध मिठे बोल कहां। जन्म जन्म का विछुड़िया, हर मिलो सज्जन सैण। हुण सतगुरु अरदास रूप विच कहंदे हन, हे अकाल पुरख जी, हे मेरे सज्जन, मेरे प्यारे मित्र, हे हरि परमेश्वर जी कृपा करो, मैनू जन्मां जन्मां दे विछड़े होए नूं अपने नाल मेल लवो, मैनू अपने नाल जोड़ लवो, तां कि मेरा ये विछोड़े दा कष्ट, विछोड़े दा दुख हमेशा वास्ते कटिया जाए।
ਬਾਣੀ ਦੇ ਵਿੱਚ ਕਬੀਰ ਸਾਹਿਬ ਨੇ ਕਿਹਾ, ਕਬੀਰ ਰਹਿ ਨਾਇਰ ਵਿਛੋਰਿਆ ਰੋਹ ਰੇ ਸੰਖ ਮਜੂਰ। ਪੁਜਾਰੀ ਹੁੰਦੇ ਸਨ ਨਾ ਮੰਦਰ ਵਿੱਚ, ਉਹ ਸਵੇਰੇ ਸ਼ਾਮ ਪੂਜਾ ਕਰਨ ਤੋਂ ਪਹਿਲਾਂ ਸੰਖ ਵਜਾਇਆ ਕਰਦੇ ਸਨ। ਹੈ ਤਾਂ ਇੱਕ ਸਾਧਨ ਹੀ ਸੀ, ਅਨਾਉਂਸ ਕਰਨ ਦਾ ਇੱਕ ਢੰਗ ਪੁਰਾਣੇ ਸਮੇਂ ਦਾ। ਉਦੋਂ ਅੱਜ ਵਰਗੇ ਸਾਧਨ ਨਹੀਂ ਸਨ ਹੁੰਦੇ। ਜਦੋਂ ਸਾਡੇ ਵੀ ਪਿੰਡਾਂ ਵਿੱਚ ਆਮ ਰੂਪ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਤੋਂ ਘਰਾਂ ਨੂੰ ਲਿਜਾਏ ਜਾਂਦੇ ਸਨ, ਤੋਂ ਅੱਗੇ ਅੱਗੇ ਸੰਖ ਜਾਂ ਮਗਰ ਮਗਰ ਸੰਖ ਪੂਰਿਆ ਜਾਂਦਾ ਸੀ। ਉਹ ਸੀ ਵੀ ਰਾਹ ਦੇ ਵਿੱਚ ਆਉਣ ਵਾਲੇ ਜਾਣ ਵਾਲੇ ਲੋਕਾਂ ਨੂੰ ਸੁਚੇਤ ਕਰਨਾ ਕਿ ਸਤਿਗੁਰਾਂ ਦੀ ਸਵਾਰੀ ਆ ਰਹੀ ਹੈ, ਤੁਸੀਂ ਥੋੜਾ ਜਿਹਾ ਸੁਚੇਤ ਹੋ ਜਾਓ, ਅੱਗੇ ਪਿੱਛੇ ਹੋ ਜਾਓ, ਸਾਵਧਾਨ ਹੋ ਜਾਓ। ਉਹਦੀ ਜਗ੍ਹਾ ਤੇ ਘੜਿਆਲ ਵੀ ਆ ਗਏ। ਗੱਲ ਕੇਵਲ ਸੁਚੇਤ ਕਰਨ ਦੀ ਸੀ। ਸਮਾਂ ਪਾ ਕੇ ਕੁਝ ਚੀਜ਼ਾਂ ਫਿਰ ਮਰਿਆਦਾ ਦਾ ਭਾਗ ਵੀ ਬਣ ਜਾਂਦੀਆਂ ਨੇ। ਹੁਣ ਉਹ ਸਵੇਰੇ ਸ਼ਾਮ ਜਿਹੜਾ ਹੈ ਨਾ, ਉਹ ਪੁਜਾਰੀ ਸੰਖ ਵਜਾਉਂਦਾ ਵੀ ਮੇਰਾ ਸੰਧਿਆ ਦਾ ਪੂਜਾ ਦਾ ਵਕਤ ਹੋ ਗਿਆ, ਵੀ ਜਿਹਨੇ ਆਉਣਾ ਆ ਸਕਦਾ। ਇਸਲਾਮ ਦੇ ਵਿੱਚ ਇੱਕ ਚੀਜ਼ ਹੈ, ਮੁਨਾਰੇ ਹੁੰਦੇ ਨੇ ਮਸਜਿਦ ਦੇ, ਉਹ ਬਣਾਈ ਹੀ ਇਸ ਢੰਗ ਨਾਲ ਜਾਂਦੀ ਸੀ। ਅੱਜ ਕੱਲ੍ਹ ਲਾਊਡ ਸਪੀਕਰ ਆ ਗਏ, ਗੱਲ ਬਦਲ ਗਈ। ਉਹ ਉੱਚੇ ਮੁਨਾਰੇ ਉੱਤੇ ਚੜ੍ਹ ਕੇ ਮੁੱਲਾ ਜਿਹੜਾ ਸੀ, ਉਹ ਜਦੋਂ ਨਮਾਜ਼ ਦਾ ਟਾਈਮ ਹੁੰਦਾ, ਉਹਦੀ ਡਿਊਟੀ ਸੀ, 5 ਨਮਾਜ਼ਾਂ ਤੋਂ ਪਹਿਲਾਂ ਉਹਨੇ ਉੱਚੇ ਮੁਨਾਰੇ ਤੇ ਚੜ੍ਹ ਕੇ ਆਵਾਜ਼ ਦੇਣੀ ਹੈ, ਜਿਹਨੂੰ ਬਾਂਗ ਦੇਣਾ ਕਹਿੰਦੇ ਸਨ ਆਪਣੇ ਪੰਜਾਬ ਵਿੱਚ। ਵੈਸੇ ਉਹਦਾ ਅਸਲ ਨਾਮ ਸ਼ਰਅ ਮੁਤਾਬਕ ਹੈ ਅਜ਼ਾਨ ਦੇਣਾ। ਅਜ਼ਾਨ ਦੇਣੀ, ਆਵਾਜ਼ ਦੇਣੀ ਵੀ ਨਮਾਜ਼ ਦਾ ਟਾਈਮ ਹੈ। ਜਿੱਥੇ ਜਿੱਥੇ ਕੋਈ ਹੈ ਉਹ ਆਪਣੀ ਨਮਾਜ਼ ਉੱਥੇ ਹੀ ਪੜ੍ਹ ਸਕਦਾ, ਜਿਹੜਾ ਇੱਥੇ ਆਉਣਾ ਚਾਹੇ ਉਹ ਇੱਥੇ ਆ ਕੇ ਪੜ੍ਹ ਸਕਦਾ। ਸੁਚੇਤ ਕਰਨਾ ਉਹਦੀ ਡਿਊਟੀ ਹੈ। ਇਹ ਸਾਰੇ ਇੱਕ ਢੰਗ ਸਨ ਦੂਸਰਿਆਂ ਤੱਕ ਮੈਸੇਜ ਕਨਵੇ ਕਰਨ ਦੇ, ਸੁਨੇਹਾ ਦੇਣ ਦੇ। ਹੁਣ ਉੱਥੇ ਕਬੀਰ ਸਾਹਿਬ ਨੇ ਆਖਿਆ ਵੀ ਉਹ ਸੰਖ ਪੂਰ ਰਿਹਾ ਇੱਕ ਬੰਦਾ ਸਵੇਰੇ ਸ਼ਾਮ ਸਵੇਰੇ ਸ਼ਾਮ। ਹੁਣ ਉਹਨਾਂ ਦਾ ਧਿਆਨ ਵੇਖੋ, ਇੱਕ ਖਿਆਲ ਹੈ ਜਿਹੜਾ ਸਾਨੂੰ ਦ੍ਰਿੜ ਕਰਾਉਣਾ ਚਾਹੁੰਦੇ ਨੇ। ਕਬੀਰ ਸਾਹਿਬ ਕਹਿੰਦੇ ਭਾਵੇਂ ਆਮ ਲੋਕ ਸੰਖ ਦੀ ਆਵਾਜ਼ ਸੁਣਦੇ ਨੇ, ਆਪਣੇ ਆਪਣੇ ਹਿਸਾਬ ਨਾਲ ਉਹਦਾ ਰਿਜ਼ਲਟ ਸਮਝਦੇ ਨੇ, ਮੈਸੇਜ ਸਮਝਦੇ ਨੇ, ਸੁਨੇਹਾ ਸਮਝਦੇ ਨੇ, ਪਰ ਮੈਨੂੰ ਲੱਗਦਾ ਹੈ ਇਸ ਵਿਚਾਰੇ ਦਾ ਕੀ ਦੋਸ਼ ਹੈ ਵੀ ਪੁਜਾਰੀ ਨੇ ਸੁਨੇਹਾ ਆਪਣਾ ਦੇਣਾ, ਪਰ ਇਹਨੂੰ ਰੋਜ਼ ਫੂਕਾਂ ਮਾਰ ਮਾਰ ਕੇ ਵਜਾਉਂਦਾ ਰਹਿੰਦਾ। ਇਹ ਕਾਹਦੀ ਸਜ਼ਾ ਭੋਗ ਰਿਹਾ ਭਲਾ? ਹੁਣ ਕਬੀਰ ਸਾਹਿਬ ਕਹਿੰਦੇ ਵੀ ਇਹਦੀ ਸਭ ਤੋਂ ਵੱਡੀ ਸਜ਼ਾ ਤਾਂ ਉਸ ਦਿਨ ਸ਼ੁਰੂ ਹੋਈ ਜਦੋਂ ਇਸ ਸਮੁੰਦਰ ਨਾਲੋਂ ਵਿਛੜ ਗਿਆ, ਪਾਣੀ ਦੀ ਛੱਲ ਆਈ, ਇਸ ਘੋਗੇ ਨੂੰ ਚੁੱਕ ਕੇ ਬਾਹਰ ਸੁੱਟ ਗਈ, ਇਹ ਪੁਜਾਰੀ ਦੇ ਹੱਥ ਆ ਗਿਆ। ਹੁਣ ਸਵੇਰ ਸ਼ਾਮ ਇਹਦੀਆਂ ਚੀਕਾਂ ਨਿਕਲਦੀਆਂ ਨੇ। ਕਬੀਰ ਰਹਿ ਨਾਇਰ ਵਿਛੋਰਿਆ ਰਹੁਰੇ ਸੰਖ ਮਜਹੂਰ, ਦੇਵਲ ਦੇਵਲ ਧਾਹੜੀ ਦੇਸੈਂ ਉਗਵਤ ਸੂਰ। ਸੂਰਜ ਚੜ੍ਹਦਿਆਂ ਸਾਰ ਸਭ ਤੋਂ ਪਹਿਲਾਂ ਪੁਜਾਰੀ ਇਹਨੂੰ ਹੱਥ ਪਾਉਂਦਾ। ਇਹਦਾ ਉਹਨਾਂ ਭਾਵ ਕੱਢਿਆ ਵੀ ਜਿਹੜੀਆਂ ਚੀਜ਼ਾਂ ਆਪਣੇ ਮੂਲ ਨਾਲੋਂ ਟੁੱਟ ਜਾਂਦੀਆਂ ਨੇ, ਉਹ ਲੋਕਾਂ ਗੋਚਰੀਆਂ ਹੋ ਜਾਂਦੀਆਂ ਨੇ ਤੇ ਹਮੇਸ਼ਾ ਲੋਕਾਂ ਦੀ ਵਿਗਾਰ ਹੀ ਕੱਢਦੀਆਂ ਰਹਿੰਦੀਆਂ ਨੇ। ਉਹ ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਜੋ ਜੀ ਹਰ ਤੇ ਵਿਛੁੜੇ ਸੇ ਸੁਖ ਨ ਵਸਨ ਭੈਣ। ਹੇ ਮੇਰੀ ਸਤ ਸੰਗੀ ਭੈਣ ਸਹੇਲੀ, ਹੇ ਭੈਣਾ, ਉਹ ਜੀਵ ਕਦੇ ਸੁਖੀ ਨਹੀਂ ਵਸ ਸਕਦੇ ਜੋ ਜੀ ਹਰ ਤੇ ਵਿਛੜੇ, ਜਿਹੜੇ ਆਪਣੇ ਮੂਲ ਕਰਤੇ ਨਾਲੋਂ ਵਿਛੜ ਜਾਂਦੇ ਨੇ, ਟੁੱਟ ਜਾਂਦੇ ਨੇ। ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿਠੇ ਸਭ ਗਏ। ਹਰੀ ਪਿਰ ਤੋਂ ਬਿਨਾ, ਪਿਆਰੇ ਮਾਲਕ ਤੋਂ ਬਿਨਾ ਕਦੇ ਕਿਸੇ ਨੂੰ ਚੈਨ ਸਕੂਨ ਮਿਲਿਆ? ਦੁਨੀਆ ਦੀ ਕੋਈ ਬਾਹਰੀ ਚੀਜ਼ ਤੁਹਾਨੂੰ ਸਕੂਨ ਸਹੂਲਤ ਦੇ ਸਕਦੀ ਹੈ? ਸਹੂਲਤ ਤੇ ਸਕੂਨ ਵਿੱਚ ਅੰਤਰ ਹੁੰਦਾ। ਸਹੂਲਤ ਤੁਹਾਨੂੰ ਫਿਜ਼ੀਕਲੀ ਤੇ ਥੋੜਾ ਜਿਹਾ ਟਾਈਮ ਮਾਨਸਿਕ ਖੁਸ਼ੀ ਦਿੰਦੀ ਹੈ। ਜਦੋਂ ਉਹ ਚੀਜ਼ ਪੁਰਾਣੀ ਹੋ ਜਾਂਦੀ ਹੈ, ਫਿਰ ਪੁਰਾਣੀ ਤਕਲੀਫ ਸ਼ੁਰੂ ਹੋ ਜਾਂਦੀ ਹੈ। ਸੁੱਖ ਹੋਰ ਚੀਜ਼ ਹੈ ਤੇ ਸਹੂਲਤ ਬਿਲਕੁਲ ਅਲੱਗ ਚੀਜ਼ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ, ਹਰੀ ਤੋਂ ਬਿਨਾ, ਪਿਰ ਤੋਂ ਬਿਨਾ, ਮਾਲਕ ਪਿਆਰੇ ਤੋਂ ਬਿਨਾ ਕਿਵੇਂ ਚੈਨ ਆਵੇ, ਕਿਵੇਂ ਦਿਲ ਦਾ ਸਕੂਨ ਮਿਲੇ। ਖੋਜ ਡਿੱਠੇ ਸਭ ਗਹਿਣ, ਮੈਂ ਤਾਂ ਸਾਰੇ ਆਕਾਸ਼ ਤੱਕ, ਭਾਵ ਸਾਰਾ ਖਲਾ ਖੋਜ ਮਾਰਿਆ। ਆਪ ਕਮਾਣੈ ਵਿਛੁੜੀ ਦੋਸ਼ ਨਾ ਕਾਹੂ ਦੇਣ। ਪਾਤਸ਼ਾਹ ਕਹਿੰਦੇ ਪਰ ਮੈਂ ਇਹਦਾ ਦੋਸ਼ ਕਿਹਨੂੰ ਦਿਆਂ? ਇਹ ਆਪਣੇ ਕੀਤੇ ਕਰਮਾਂ ਦੀ ਕਮਾਈ ਕਰਕੇ ਮੇਰਾ ਵਿਛੋੜਾ ਹੋਇਆ। ਇਹਦਾ ਦੋਸ਼ ਮੈਂ ਦੂਸਰੇ ਸਿਰ ਨਹੀਂ ਮੜ ਸਕਦਾ। ਅਸੀਂ ਹਰ ਵਕਤ ਆਪਣੀ ਪਰੇਸ਼ਾਨੀ ਦਾ ਦੋਸ਼ ਦੂਜੇ ਨੂੰ ਦਿੰਦੇ ਹਾਂ, ਪਰ ਪਰੇਸ਼ਾਨ ਹੋਣ ਵਾਲਾ ਕੌਣ ਹੈ? ਹੋਣ ਵਾਲਾ, ਇਹਦਾ ਮਤਲਬ ਜਿਵੇਂ ਸਾਨੂੰ ਕੋਈ ਕਰਦਾ ਜਾਏਗਾ ਅਸੀਂ ਉਵੇਂ ਦੇ ਹੁੰਦੇ ਜਾਵਾਂਗੇ, ਤਾਂ ਕਿ ਅਸੀਂ ਦੋਸ਼ ਦੇ ਸਕੀਏ। ਬਹੁਤੀ ਵਾਰ ਅਸੀਂ ਪ੍ਰੋਬਲਮ ਚੁੱਕਦੇ ਹੀ ਤਾਂ ਕਿ ਕਿਸੇ ਨੂੰ ਝੂਠਿਆਂ ਕਰ ਸਕੀਏ ਚਾਰ ਬੰਦਿਆਂ 'ਚ। ਲੋੜ ਕੋਈ ਨਹੀਂ ਸੀ, ਬਸ ਈਗੋ ਹੈ ਵੀ ਇਸ ਬੰਦੇ ਨੂੰ ਝੂਠਿਆਂ ਕਰਨਾ, ਆਪ ਦੁਖੀ ਹੋ ਲਓ, ਕੋਈ ਗੱਲ ਨਹੀਂ।
ਗਰੀਬ ਨਵਾਜ ਕਹਿੰਦੇ ਨੇ, ਕਰ ਕਿਰਪਾ ਪ੍ਰਭ ਆਪਣੀ, ਕਰ ਕਿਰਪਾ ਪ੍ਰਭ ਰਾਖ ਲੇ, ਹੋਰ ਨਾਹੀ ਕਰਨ ਕਰੇਣ। हे ਪ੍ਰਭੂ, ਤੇਰੇ ਤੋਂ ਬਿਨਾਂ ਕਰਨ ਵਾਲਾ, ਕਰਵਾਉਣ ਵਾਲਾ, ਸਾਰੇ ਕਾਰਨਾਂ ਦਾ ਕਰਤਾ ਕੋਈ ਨਹੀਂ। ਰਹਿਮਤ ਕਰੋ, ਮੈਨੂੰ ਬਚਾ ਲਵੋ ਇਸ ਵਿਛੋੜੇ ਦੇ ਦੁੱਖ ਤੋਂ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲੋ। ਹਰ ਤੁਧ ਵਿਣ ਖਾਕੂ ਰੁਲਣਾ, ਕਹੀਐ ਕਿਥੈ ਵੈਣ। हे ਮੇਰੇ ਪਿਆਰੇ,